ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ 10th ਕਲਾਸ ਅੱਜ ਅਸੀਂ ਤੁਹਾਡੀ CBSE ਸਿਲੇਬਸ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਸ਼ਬਦ ਲੱਗਾ ਹੋਇਆ ਸੋ ਕਿਉਂ ਮੰਦਾ ਆਖੀਏ ਉਹਦੇ ਬਾਰੇ ਵਿਚਾਰ ਚਰਚਾ ਕਰਾਂਗੇ, ਉਹਦੇ ਬਾਰੇ ਪੜ੍ਹਾਂਗੇ। ਪਰ ਉਸ ਤੋਂ ਪਹਿਲਾਂ ਅਸੀਂ ਥੋੜ੍ਹਾ ਜਿਹਾ ਗੁਰਮਤਿ ਕਾਵਿ ਅਤੇ ਗੁਰੂ ਨਾਨਕ ਦੇਵ ਜੀ ਦੇ ਬਾਰੇ ਜਿਹੜਾ ਉਹ ਥੋੜ੍ਹੀ ਵਿਚਾਰ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਗੁਰਮਤਿ ਕਾਵਿ ਦੇ ਵਿੱਚ ਜਿਹੜਾ ਆ ਗੁਰੂ ਨਾਨਕ ਦੇਵ ਜੀ ਦੇ ਸਾਨੂੰ ਸ਼ਬਦ ਲੱਗੇ ਹੋਏ ਨੇ। ਇਸ ਤੋਂ ਇਲਾਵਾ ਗੁਰੂ ਅਮਰਦਾਸ ਜੀ ਹੋਰ ਗੁਰੂ ਸਾਹਿਬਾਨ ਦੇ ਵੀ ਸ਼ਬਦ ਤੁਹਾਡੇ ਸਿਲੇਬਸ 'ਚ ਹੈਗੇ ਨੇ, ਜਿਹੜੇ ਵੀ ਨੇ ਉਹ ਆਪਾਂ ਕਰਾਂਗੇ। ਪਰ ਉਸ ਤੋਂ ਪਹਿਲਾਂ ਸਭ ਤੋਂ ਗੱਲ ਹੈ ਗੁਰਮਤਿ ਕਾਵਿ ਧਾਰਾ ਹੈ ਕੀ। ਗੁਰਮਤਿ ਕਾਵਿ ਧਾਰਾ ਉਹ ਕਾਵਿ ਧਾਰਾ ਹੈ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ, ਗੁਰੂ ਪਲੱਸ ਮਤ, ਭਾਵ ਗੁਰੂ ਦੀ ਮਤ ਜਾਂ ਗੁਰੂ ਦੀ ਵਿਚਾਰਧਾਰਾ। ਮੇਨ ਜਿਹੜੀ ਹੈ ਇਹਦੇ ਵਿੱਚ ਕੀ ਹੈ, ਗੁਰੂ ਦੀ ਵਿਚਾਰਧਾਰਾ, ਜੋ ਗੁਰੂ ਦੇ ਵਿਚਾਰ ਨੇ, ਠੀਕ ਹੈ, ਚਾਹੇ ਉਹ ਉਪਦੇਸ਼ ਰੂਪ ਵਿੱਚ ਆਏ ਨੇ, ਚਾਹੇ ਉਹ ਗੁਰਬਾਣੀ ਰੂਪ ਵਿੱਚ ਆਏ ਨੇ। ਜਿਹੜੀ ਗੁਰਮਤਿ, ਕਿਉਂਕਿ ਕਾਵਿ ਲੱਗਾ ਹੋਇਆ, ਜੇ ਤਾਂ ਗੁਰਮਤਿ ਇਕੱਲਾ ਹੁੰਦਾ ਫਿਰ ਵਿਚਾਰਧਾਰਾ ਇਕੱਲੀ ਸੀ। ਹੁਣ ਕਾਵਿ ਨਾਲ ਲੱਗਾ ਹੋਇਆ ਸ਼ਬਦ, ਭਾਵ ਉਹ ਰਚਨਾਵਾਂ ਜਿਹੜੀਆਂ ਗੁਰੂ ਦੁਆਰਾ ਉਚਾਰਨ ਕੀਤੀਆਂ ਗਈਆਂ ਨੇ, ਗੁਰੂ ਦੁਆਰਾ ਲਿਖੀਆਂ ਗਈਆਂ ਨੇ, ਉਹਨਾਂ ਨੂੰ ਕੀ ਅਸੀਂ ਕਿਸ ਕਾਵਿ ਧਾਰਾ ਵਿੱਚ ਐਡ ਕਰਾਂਗੇ, ਗੁਰਮਤਿ ਕਾਵਿ ਧਾਰਾ ਦੇ। ਗੁਰੂਆਂ ਦੀ ਮੱਤ ਅਨੁਸਾਰ, ਗੁਰੂਆਂ ਦੀ ਵਿਚਾਰਧਾਰਾ ਅਨੁਸਾਰ ਜਿਹੜੀ ਕਾਵਿ ਰੂਪ ਵਿੱਚ ਜੋ ਵੀ ਸਾਡੇ ਸਾਹਮਣੇ ਹੈਗਾ ਆ, ਗੁਰਬਾਣੀ ਹੈ, ਗੁਰੂ ਦੇ ਉਪਦੇਸ਼ ਇਹਦੇ ਵਿੱਚ ਅਸੀਂ ਨਹੀਂ ਲੈ ਸਕਦੇ, ਸਿਰਫ ਗੁਰਬਾਣੀ ਹੀ ਜਿਹੜੀ ਕਾਵਿਕ ਰੂਪ ਵਿੱਚ ਜਿਹੜੀ ਰਚਨਾ ਉਹਨੂੰ ਐਡ ਕਰਾਂਗੇ। ਗੁਰੂ ਨਾਨਕ ਦੇਵ ਜੀ ਬਾਰੇ ਜੇ ਅਸੀਂ ਵੇਖਿਆ ਜਾਵੇ ਤਾਂ ਸਭ ਨੂੰ ਹੀ ਪਤਾ ਹੈ, ਦੱਸਣ ਦੀ ਕੋਈ ਲੋੜ ਨਹੀਂ ਹੈ ਕਿ ਮਤਲਬ ਗੁਰੂ ਨਾਨਕ ਦੇਵ ਜੀ ਛੋਟਾ ਤੋਂ ਸਿੱਖ ਧਰਮ ਵਿੱਚ ਜਿਹੜੇ ਨੇ ਉਹ ਬੱਚੇ ਸਾਰੇ ਹੀ ਜਾਣਦੇ ਨੇ, ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਪਹਿਲੇ ਗੁਰੂ ਹੋਏ ਨੇ। ਔਰ ਸਿੱਖੀ ਜਿਹੜੀ ਹੈ ਉਹ ਸਿੱਖਾਂ ਦੇ ਮੋਢੀ ਗੁਰੂ ਨੇ, ਜਿਨ੍ਹਾਂ ਦਾ ਪ੍ਰਕਾਸ਼ 1469 ਈਸਵੀ ਦੇ ਵਿੱਚ ਹੋਇਆ ਸੀ ਅਤੇ ਜੋਤੀ ਜੋਤ 1539 ਈਸਵੀ ਵਿੱਚ ਸਮਾਏ ਸਨ। ਤਲਵੰਡੀ ਰਾਏ ਭੋਏ ਦੀ ਜਿਹੜੀ ਆ ਉੱਥੇ ਉਹਨਾਂ ਦਾ ਪ੍ਰਕਾਸ਼ ਹੋਇਆ, ਜੋ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ। ਮਾਤਾ ਤ੍ਰਿਪਤਾ ਜੀ ਅਤੇ ਪਿਤਾ ਮਹਿਤਾ ਕਾਲੂ ਜੀ ਦੇ ਗ੍ਰਹਿ ਵਿਖੇ ਉਹ ਆਏ ਸਨ। ਅਤੇ ਸੋ ਉਹਨਾਂ ਨੇ ਕੇਵਲ ਗੁਰਬਾਣੀ ਹੀ ਨਹੀਂ ਰਚੀ, ਕੇਵਲ ਕਾਵਿਕ ਰਚਨਾਵਾਂ ਨਹੀਂ ਕੀਤੀਆਂ, ਸਗੋਂ ਸਮਾਜ ਤੌਰ 'ਤੇ ਸਮਾਜ ਦੇ ਵਿੱਚ ਫੈਲੀਆਂ ਹੋਈਆਂ ਬੁਰਾਈਆਂ, ਸਮਾਜ ਦੇ ਵਿੱਚ ਕੁਰੀਤੀਆਂ ਜਿਹੜੀਆਂ ਫੈਲੀਆਂ ਹੋਈਆਂ ਸਨ, ਉਹਨਾਂ ਨੂੰ ਦੂਰ ਕਰਨ ਵਾਸਤੇ ਉਹਨਾਂ ਨੇ 4 ਉਦਾਸੀਆਂ ਧਾਰਨ ਕੀਤੀਆਂ। ਹਰ ਜਗ੍ਹਾ 'ਤੇ ਜਾ ਕੇ ਮਨੁੱਖ ਮਾਤਰ ਨੂੰ ਉਪਦੇਸ਼ ਦਿੱਤਾ, ਉਸਨੂੰ ਸਮਝਾਉਣਾ ਕੀਤਾ ਕਿ ਉਹਨੂੰ ਸਿਰਫ ਜਿਹੜਾ ਮਨੁੱਖਾ ਜਨਮ ਹੈ ਉਹ ਸਿਰਫ ਬਤੀਤ ਕਰਨ ਵਾਸਤੇ ਨਹੀਂ ਮਿਲਿਆ, ਸਗੋਂ ਜਿਹੜਾ ਆ ਪਰਮਾਤਮਾ ਦੇ ਨਾਮ ਸਿਮਰਨ ਵਾਸਤੇ ਅਤੇ ਚੰਗੇ ਕਰਮ ਕਰਨ ਵਾਸਤੇ ਮਿਲਿਆ। ਅਤੇ ਇਸ ਕਰਕੇ ਗੁਰੂ ਸਾਹਿਬ ਨੇ ਇਹ ਉਪਦੇਸ਼ ਉਸ ਤਰ੍ਹਾਂ ਜਾ ਕੇ ਵੀ ਸਭ ਕੋਲ ਕੀ ਦਿੱਤੇ, ਔਰ ਆਪਣੀ ਗੁਰਬਾਣੀ ਰਾਹੀਂ ਵੀ ਜਿਹੜਾ ਆ ਉਹ ਦੱਸਿਆ। ਉਹਨਾਂ ਦੀ ਜਿਹੜੀ ਗੁਰਬਾਣੀ ਹੈ ਜਪਜੀ ਸਾਹਿਬ ਆਸਾ ਦੀ ਵਾਰ ਪ੍ਰਸਿੱਧ ਬਾਣੀਆਂ ਵਿੱਚੋਂ ਇੱਕ ਹੈ। ਉਸ ਤੋਂ ਇਲਾਵਾ ਉਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਬਾਣੀਆਂ ਜਿਹੜੀਆਂ 12 ਮਾਹ ਤੁਖਾਰੀ, ਸਿੱਧ ਗੋਸ਼ਟ ਅਤੇ ਬਹੁਤ ਸਾਰੀਆਂ ਬਾਣੀਆਂ ਉਹਨਾਂ ਨੇ ਰਚੀਆਂ ਨੇ। ਔਰ ਉਹਨਾਂ ਦੀ ਬਾਣੀ 19 ਰਾਗਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਸੰਸਕ੍ਰਿਤ, ਅਰਬੀ, ਫਾਰਸੀ, ਹਿੰਦੀ, ਬਹੁਤ ਸਾਰੀ ਭਾਸ਼ਾਵਾਂ ਦੇ ਸ਼ਬਦ ਉਹਨਾਂ ਦੀ ਗੁਰਬਾਣੀ ਵਿੱਚ ਮਿਲਦੇ ਨੇ। ਅੱਜ ਆਪਾਂ ਗੱਲ ਕਰਾਂਗੇ ਉਹਨਾਂ ਦੀ ਕਵਿਤਾ ਜਿਹੜੀ ਤੁਹਾਡੇ ਸਿਲੇਬਸ ਵਿੱਚ ਦਰਜ ਹੈ, ਪਵਨ ਗੁਰੂ ਪਾਣੀ ਪਿਤਾ ਜਿਹੜੀ ਹੈ, ਇਹ ਕਵਿਤਾ ਜਿਹੜੀ ਸਿਲੇਬਸ ਵਿੱਚ ਨਹੀਂ ਹੈਗੀ, ਸੋ ਇਹ ਅਸੀਂ ਨਹੀਂ ਕਰਾਂਗੇ। ਸਾਡੇ ਕੋਲ ਜਿਹੜੀ CBSE ਦੇ ਸਿਲੇਬਸ ਵਿੱਚ ਹੈਗੀ ਹੈ ਕਵਿਤਾ, ਉਹ ਹੈਗੀ ਹੈ ਸੋ ਕਿਉਂ ਮੰਦਾ ਆਖੀਏ। ਇਹ ਜਿਹੜੀ ਕਵਿਤਾ ਆ, ਕਵਿਤਾ ਕਹਿ ਰਹੀ ਹਾਂ, ਗੁਰੂ ਸਾਹਿਬ ਦੀ ਜਿਹੜੀ ਗੁਰਬਾਣੀ ਦੀ ਪੰਕਤੀ ਹੈ ਆਸਾ ਦੀ ਵਾਰ ਵਿੱਚੋਂ ਲਈ ਗਈ ਹੈ। ਅਤੇ ਇਸ ਵਿੱਚ ਗੁਰੂ ਸਾਹਿਬ ਨੇ ਜੋ ਉਪਦੇਸ਼ ਦਿੱਤਾ ਹੈ ਉਹਦੇ ਬਾਰੇ ਅਸੀਂ ਗੱਲ ਕਰਾਂਗੇ। ਗੁਰੂ ਸਾਹਿਬ ਦੁਆਰਾ ਜਿਹੜਾ ਆ ਉਹ ਸਮਾਜ ਦੇ ਉੱਪਰ ਚੋਟ ਕੀਤੀ ਹੈ। ਸਮਾਜ ਦੇ ਵਿੱਚ ਜਿਹੜਾ ਆ ਉਹ ਲੜਕੀ ਅਤੇ ਲੜਕੇ ਵਿੱਚ ਜਿਹੜਾ ਭੇਦਭਾਵ ਸਮਝਿਆ ਜਾਂਦਾ ਅਤੇ ਉਸ ਆਧਾਰ 'ਤੇ ਜਿਹੜਾ ਵਿਤਕਰਾ ਕੀਤਾ ਜਾਂਦਾ ਹੈ, ਗੁਰੂ ਸਾਹਿਬ ਨੇ ਉਹਦੀ ਨਿਖੇਧੀ ਕੀਤੀ ਹੈ। ਨਾਲ ਦੀ ਨਾਲ ਪਰਮਾਤਮਾ ਦਾ ਨਾਮ ਸਿਮਰਨ ਕਰਨ ਦਾ ਜਿਹੜਾ ਆ ਉਹ ਸੁਨੇਹਾ ਦਿੱਤਾ ਹੈ, ਤਾਂ ਹੀ ਉਹ ਸੱਚੇ ਦਰਬਾਰ ਵਿੱਚ ਜਾ ਕੇ ਮੁੱਖ ਉਜਲਾ ਕਰ ਸਕਦਾ ਹੈ। ਸੋ ਇਹ ਜਿਹੜੀ ਕਾਵਿ ਟੁਕੜੀ ਹੈ ਤੁਹਾਡੀ ਪਾਠ ਪੁਸਤਕ ਸਾਹਿਤ ਮਾਲਾ ਵਿੱਚ ਜਿਹੜੀ ਉਹ ਦਰਜ ਹੈ, ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਨ ਕੀਤੀ ਗਈ ਕਾਵਿ ਟੁਕੜੀ ਹੈ। ਔਰ ਆਸਾ ਦੀ ਵਾਰ ਵਿੱਚੋਂ ਜਿਹੜਾ ਇਹ ਸ਼ਬਦ ਲਿਆ ਗਿਆ ਹੈ। ਇਹਦੇ ਵਿੱਚ ਤੁਹਾਨੂੰ ਪ੍ਰਸ਼ਨ ਪੁੱਛੇ ਜਾ ਸਕਦੇ ਨੇ ਬੇਟਾ, ਸੋ ਇਸ ਕਰਕੇ ਆਪਾਂ ਇਸ ਸ਼ਬਦ ਨੂੰ ਧਿਆਨ ਨਾਲ ਸਮਝੋਗੇ ਤਾਂ ਕੋਈ ਵੀ ਪ੍ਰਸ਼ਨ ਤੁਹਾਨੂੰ ਪੁੱਛਿਆ ਜਾਵੇਗਾ ਤੁਸੀਂ ਉਹਦਾ ਆਨਸਰ ਕਰ ਸਕਦੇ ਹੋ। ਸੋ ਗੱਲ ਕਰਦੇ ਹਾਂ ਗੁਰੂ ਸਾਹਿਬ ਕੀ ਬਿਆਨ ਕਰ ਰਹੇ ਨੇ, ਕਿਉਂਕਿ ਗੁਰੂ ਸਾਹਿਬ ਨੇ ਸਮਾਜ ਦੇ ਉੱਪਰ ਚੋਟ ਕਰਦਿਆਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸਤਰੀ ਔਰ ਮਰਦ ਵਿੱਚ ਕੋਈ ਫਰਕ ਨਹੀਂ ਹੈ, ਜਦਕਿ ਇਸਤਰੀ ਮਰਦ ਨਾਲੋਂ ਵੀ ਮਹਾਨ ਹੈ। ਕਿਉਂ ਮਹਾਨ ਹੈ, ਹੁਣੇ ਆਪਾਂ ਪੜ੍ਹ ਲੈਂਦੇ ਹਾਂ। ਕਹਿੰਦੇ ਭੰਡ ਜੰਮੀਏ ਭੰਡ ਨਿੰਮੀਏ ਭੰਡ ਮੰਗਣ ਵਿਆਹੋ। ਭੰਡ ਇਸਤਰੀ ਤੋਂ ਹੀ ਸਾਰਾ ਸੰਸਾਰ ਜਾਂ ਮਨੁੱਖ ਜੰਮਦਾ ਹੈ। ਭੰਡ ਨਿੰਮੀਏ, ਠੀਕ ਹੈ, ਇਸਤਰੀ ਦੇ ਪੇਟ ਵਿੱਚ ਹੀ ਉਹ ਪਲਦਾ ਹੈ। ਭੰਡ ਮੰਗਣ ਵਿਆਹੋ, ਅਤੇ ਉਸ ਤੋਂ ਬਾਅਦ ਇਸਤਰੀ ਦੇ ਨਾਲ ਹੀ ਮਨੁੱਖ ਦਾ ਵਿਆਹ ਹੁੰਦਾ ਆ, ਉਹਦਾ ਮੰਗਣਾ ਹੁੰਦਾ ਹੈ। ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਓ। ਇਸਤਰੀ ਨਾਲ ਹੀ ਜਿਹੜਾ ਉਹਦਾ ਪਿਆਰ ਹੈ, ਦੋਸਤੀ ਭਾਵ ਪਿਆਰ ਹੈ। ਭੰਡੋ ਚੱਲੇ ਰਾਓ, ਭੰਡੇ ਜਾਣੀ ਕਿ ਇਸਤਰੀ ਤੋਂ ਹੀ ਸੰਸਾਰ ਦੀ ਸਾਰੀ ਕਾਰ ਅੱਗੇ ਜਿਹੜੀ ਹੈ, ਸਮਾਜਿਕ ਕਾਰ ਜਿਹੜੀ ਹੈ ਅੱਗੇ ਪੀੜ੍ਹੀਆਂ ਜਿਹੜੀਆਂ ਨੇ ਉਹ ਚੱਲਦੀਆਂ ਨੇ। ਭੰਡੋ ਚੱਲੇ ਰਾਓ, ਭੰਡ ਇੱਥੇ ਇਸਤਰੀ ਨੂੰ ਕਿਹਾ ਗਿਆ, ਠੀਕ ਹੈ, ਭੰਡ ਸ਼ਬਦ ਵਰਤਿਆ ਗਿਆ ਇਸਤਰੀ ਵਾਸਤੇ। ਕਹਿੰਦੇ ਭੰਡ ਮੂਆ ਭੰਡ ਭਾਲੀਏ ਭੰਡ ਹੋਵੇ ਬੰਧਾਨ।
ਭੰਡ ਮਤਲਬ ਇਸਤਰੀ ਜਦੋਂ ਮਰ ਜਾਂਦੀ ਹੈ ਫਿਰ ਨਵੀਂ ਇਸਤਰੀ ਭਾਲੀ ਦੀ ਹੈ, ਭੰਡ ਭਾਲੀਏ, ਭੰਡ ਹੋਵੇ ਬੰਦਾ। ਜਿੰਨੇ ਵੀ ਸਮਾਜਿਕ ਬੰਧਨ ਨੇ ਉਹ ਕਿਹਦੇ ਕਰਕੇ ਜੁੜੇ ਹੋਏ ਨੇ? ਅੱਜ ਅਸੀਂ ਆਪਣੇ ਪਰਿਵਾਰ ਸ਼ਰੀਕੇ ਵਿੱਚ ਵਰਤਦੇ ਹਾਂ, ਰਿਸ਼ਤੇਦਾਰੀਆਂ ਵਿੱਚ ਵਰਤਦੇ ਹਾਂ, ਉਸ ਕਰਕੇ ਕਿਉਂਕਿ ਇਸਤਰੀ ਦੇ ਨਾਲ ਹੀ ਬਹੁਤ ਸਾਰੇ ਰਿਸ਼ਤੇ ਜੁੜੇ ਹੋਏ ਨੇ, ਇਸਤਰੀ ਕਰਕੇ ਹੀ ਅੱਗੇ ਰਿਸ਼ਤੇ ਬਣਦੇ ਨੇ। ਕਹਿੰਦੇ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਜਾਨ। ਅਤੇ ਫਿਰ ਜੇ ਇੰਨਾ ਕੁਛ ਇਸਤਰੀ ਕਰਕੇ ਹੈ, ਸਾਰਾ ਸੰਸਾਰ ਇਸਤਰੀ ਕਰਕੇ ਚੱਲ ਰਿਹਾ ਹੈ, ਸਭ ਕੁਝ ਇਸਤਰੀ ਕਰਕੇ ਹੋ ਰਿਹਾ, ਅਤੇ ਫਿਰ ਉਹਨੂੰ ਮੰਦਾ ਕਹਿਣ ਦੀ ਕੀ ਲੋੜ ਹੈ? ਗੁਰੂ ਸਾਹਿਬ ਕਹਿੰਦੇ ਨੇ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਜਾਨ। ਉਸਨੂੰ ਮੰਦਾ ਆਖਣਾ ਹੀ ਕਿਉਂ ਹੈ? ਜਿਹਦੇ ਰਾਹੀਂ ਰਾਜੇ ਮਹਾਰਾਜੇ ਜਿਹੜੇ ਨੇ ਉਹ ਜਨਮ ਲੈਂਦੇ ਨੇ, ਜਿਹਦੇ ਰਾਹੀਂ ਜਿਹੜੇ ਵੱਡੇ ਵੱਡੇ ਲੋਕ ਨੇ ਜਨਮ ਲੈਂਦੇ ਨੇ। ਸੋ ਉਸਨੂੰ ਕਦੀ ਵੀ ਬੁਰਾ ਨਹੀਂ ਕਹਿਣਾ ਚਾਹੀਦਾ। ਸਮਾਜਿਕ ਕਾਰ ਉਸਦੇ ਰਾਹੀਂ ਹੀ ਚੱਲ ਰਹੀ ਹੈ। ਫਿਰ ਅੱਗੇ ਗੁਰੂ ਸਾਹਿਬ ਫਰਮਾਉਂਦੇ ਨੇ, ਕਹਿੰਦੇ ਭੰਡੋਂ ਹੀ ਭੰਡ ਉਪਜੇ। ਭੰਡ ਤੋਂ ਹੀ ਅਗਲੀ ਭੰਡ ਭਾਵ ਇਸਤਰੀ ਉਪਜ ਰਹੀ ਹੈ। ਭੰਡੇ ਬਾਝ ਨਾ ਕੋਈ। ਸੰਸਾਰ ਵਿੱਚ ਕੋਈ ਵੀ ਇਹੋ ਜਿਹਾ ਨਹੀਂ ਹੈ ਜਿਹੜਾ ਇਸਤਰੀ ਰਾਹੀਂ ਨਾ ਆਇਆ ਹੋਵੇ। ਮਨੁੱਖ ਮਾਤਰ ਦੀ ਗੱਲ ਹੋ ਰਹੀ ਹੈ। ਮਨੁੱਖਾਂ ਦੇ ਵਿੱਚ ਕੋਈ ਵੀ ਇਹੋ ਜਿਹਾ ਨਹੀਂ ਹੈ ਜਿਹਦਾ ਜਨਮ ਇਸਤਰੀ ਰਾਹੀਂ ਨਾ ਹੋਇਆ ਹੋਵੇ। ਹਰ ਇੱਕ ਮਨੁੱਖ ਇਸਤਰੀ ਦੇ ਪੇਟ ਤੋਂ ਹੀ ਜਨਮ ਲੈ ਕੇ ਸੰਸਾਰ ਵਿੱਚ ਆ ਰਿਹਾ ਹੈ। ਨਾਨਕ ਭੰਡੇ ਬਾਹਰਾ ਏਕੋ ਸੱਚਾ ਸੋਏ। ਪਰ ਹੈ ਇੱਕ ਉਹ ਪੁਰਖ, ਅਕਾਲ ਪੁਰਖ, ਜਿਹੜਾ ਕਾਲ ਦੇ ਚੱਕਰ ਵਿੱਚ ਨਹੀਂ ਹੈ। ਉਹ ਇਸਤਰੀ ਦੇ ਰਾਹੀਂ ਨਹੀਂ ਬਲਕਿ ਆਪਣੇ ਆਪ ਹੀ ਹੈ ਜਿਸਨੇ ਇਸਤਰੀ ਨੂੰ ਬਣਾਇਆ। ਕਹਿੰਦੇ ਨਾਨਕ ਭੰਡੇ ਬਾਹਰਾ ਏਕੋ ਸੱਚਾ ਸੋਏ। ਪਰਮਾਤਮਾ ਜਿਹੜਾ ਆ ਉਹ ਇਸ ਚੀਜ਼ ਤੋਂ ਬਾਹਰ ਹੈਗਾ ਆ, ਉਹ ਇਸਤਰੀ ਤੋਂ ਪੈਦਾ ਨਹੀਂ ਹੋਇਆ, ਉਹ ਆਪਣੇ ਆਪ ਸਤ ਸਰੂਪ ਹੈ। ਜਿਤ ਮੁਖ ਸਦਾ ਸਲਾਹੀਏ ਭਾਗਾਂ ਰੱਤੀ ਚਾਰ। ਅਤੇ ਫਿਰ ਉਸ ਪਰਮਾਤਮਾ ਨੂੰ ਕਿਉਂ ਨਹੀਂ ਸਲਾਉਣਾ ਚਾਹੀਦਾ ਜਿਹਦੇ ਕਰਕੇ ਜਿਹੜਾ ਮਨੁੱਖ ਜਿਹੜਾ ਆ ਬਹੁਤ ਸ੍ਰੇਸ਼ਟ ਭਾਗਾਂ ਵਾਲਾ ਬਣ ਜਾਂਦਾ ਹੈ। ਠੀਕ ਹੈ, ਉਹਦੇ ਭਾਗ ਜਿਹੜੇ ਨੇ ਉਹ ਵੱਡੇ ਹੁੰਦੇ ਨੇ। ਇਸ ਕਰਕੇ ਜਿਹੜੇ ਮੂੰਹ ਨਾਲ ਉਸ ਪਰਮਾਤਮਾ ਦੀ ਸਿਫਤ ਹੁੰਦੀ ਹੈ ਉਹ ਸੋਹਣੇ ਅਤੇ ਭਾਗਾਂ ਵਾਲੇ, ਉਹ ਸ੍ਰੇਸ਼ਟ ਮਨੁੱਖ ਬਣ ਜਾਂਦੇ ਨੇ। ਇਸ ਕਰਕੇ ਉਸ ਪਰਮਾਤਮਾ ਨੂੰ, ਜਿਹੜਾ ਵੱਡਾ ਪਰਮਾਤਮਾ ਜਿਹਦੇ ਕਰਕੇ ਇਸਤਰੀ ਬਣੀ ਹੈ, ਇਸਤਰੀ ਤੋਂ ਸਾਰਾ ਸੰਸਾਰ ਬਣਿਆ ਹੈ, ਸਾਨੂੰ ਆਪਣੇ ਮੁੱਖ ਦੇ ਨਾਲ ਉਹਨੂੰ ਸਲਾਉਣਾ ਚਾਹੀਦਾ। ਕਿਉਂ ਸਲਾਉਣਾ ਚਾਹੀਦਾ ਹੈ? ਸਲਾਉਣ ਵਾਲਾ ਕੀ ਬਣ ਜਾਂਦਾ ਹੈ? ਉਹ ਸ੍ਰੇਸ਼ਟ ਬਣ ਜਾਂਦਾ ਹੈ ਅਤੇ ਸੋਹਣੇ ਭਾਗਾਂ ਵਾਲਾ ਬਣ ਜਾਂਦਾ ਹੈ। ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ। ਉਸਨੂੰ ਸਲਾਉਣ ਨਾਲ ਕੀ ਹੁੰਦਾ ਹੈ? ਨਾਨਕ ਆਪਣਾ ਦੇ ਰਹੇ ਨੇ, ਕਹਿੰਦੇ ਉਹ ਮਨੁੱਖ, ਗੁਰੂ ਸਾਹਿਬ ਫਰਮਾਉਂਦੇ ਨੇ ਕਿ ਉਹ ਮਨੁੱਖ ਜਿਹੜਾ ਹੈ ਉਸ ਮਾਲਕ ਦੇ ਦਰਬਾਰਾਂ ਵਿੱਚ ਸੁਰਖਰੂ ਹੁੰਦੇ ਨੇ ਅਤੇ ਉਜਲੇ ਮੁਖ ਵਾਲੇ ਹੁੰਦੇ ਨੇ। ਉਹਦੀ ਸੰਸਾਰ ਵਿੱਚ ਆਉਣਾ ਅਤੇ ਜਾਣਾ ਉਹਦਾ ਖਤਮ ਹੋ ਜਾਂਦਾ ਹੈ। ਉਹ ਇਸ ਸੰਸਾਰ ਦੀ ਜਿਹੜੀ ਕਾਰ ਹੈ ਉਹਦੇ ਵਿੱਚੋਂ ਜਿੱਤ ਕੇ, ਸੁਰਖਰੂ ਹੋ ਕੇ ਜਿੱਤ ਕੇ ਜਿਹੜੇ ਨੇ ਉਹ ਨਿਕਲ ਜਾਂਦੇ ਨੇ। ਇਸ ਕਰਕੇ ਸਭ ਤੋਂ ਵੱਡਾ ਦੁੱਖ ਜਿਹੜਾ ਬੇਟਾ ਉਹ ਹੈਗਾ ਜੰਮਣ ਅਤੇ ਮਰਨ ਦਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਉਹ ਪਰਮਾਤਮਾ ਇੰਨਾ ਵੱਡਾ, ਇੰਨਾ ਦਿਆਲੂ ਹੈ ਕਿ ਉਹਨੇ ਸਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਆ ਦੋ ਚੀਜ਼ਾਂ, ਇਸਤਰੀ ਅਤੇ ਮਨੁੱਖ ਦੋਨੋਂ ਹੀ ਮਹਾਨ ਨੇ। ਸਾਰੀ ਸੰਸਾਰ ਦੇ ਵਿੱਚ ਕੋਈ ਵੀ ਚੀਜ਼ ਮਾੜੀ ਨਹੀਂ ਹੈ, ਪਰ ਮਨੁੱਖ ਦੀ ਜਿਹੜੀ ਸਮਾਜਿਕ ਸੋਚ ਹੈ ਕਿ ਇਸਤਰੀ ਨੂੰ ਨੀਵਾਂ ਵਿਖਾਉਣਾ ਅਤੇ ਮਰਦ ਨੂੰ ਉੱਚਾ ਵਿਖਾਉਣਾ, ਉਸ ਦੇ ਉੱਤੇ ਗੁਰੂ ਸਾਹਿਬ ਨੇ ਕਟਾਕਸ਼ ਕਰਦੇ ਹੋਏ, ਵਿਅੰਗ ਕਰਦੇ ਹੋਏ, ਚੋਟ ਕਰਦੇ ਹੋਏ ਦੱਸਿਆ ਹੈ ਕਿ ਉਹ ਮਰਦ ਨਾਲੋਂ ਵੀ ਕਿਤੇ ਜ਼ਿਆਦਾ ਮਹਾਨ ਹੈ, ਜਿਹੜੀ ਮਰਦਾਂ ਨੂੰ, ਜਿਹੜੀ ਰਾਜਿਆਂ ਨੂੰ ਜਨਮ ਦੇ ਰਹੀ ਹੈ, ਅਤੇ ਉਸ ਤੋਂ ਵੀ ਮਹਾਨ ਉਹ ਪਰਮਾਤਮਾ ਹੈ ਜਿਹੜਾ ਇਹ ਸਾਰਾ ਕੁਛ ਬਣਾ ਰਿਹਾ। ਇਸ ਕਰਕੇ ਉਹ ਸੱਚੇ ਨੂੰ ਜਿਹੜਾ ਸਦਾ ਹੀ ਸਲਾਉਣਾ ਕਰੋ, ਉਸ ਦੀ ਸਦਾ ਹੀ ਸਿਫਤ ਸਲਾਹ ਕਰੋ, ਸਦਾ ਹੀ ਪਰਮਾਤਮਾ ਦਾ ਨਾਮ ਸਾਨੂੰ ਸਿਮਰਨਾ ਚਾਹੀਦਾ ਹੈ। ਤਾਂ ਹੀ ਅਸੀਂ ਇਸ ਸੰਸਾਰ ਤੋਂ ਜਿਹੜੇ ਉਜਲੇ ਮੁੱਖ ਲੈ ਕੇ ਜਿਹੜਾ ਸੱਚੇ ਦਰਬਾਰ ਵਿੱਚ ਜਾ ਸਕਦੇ ਹਾਂ ਅਤੇ ਸਾਡਾ ਜਿਹੜਾ ਆਉਣਾ ਜਾਣਾ ਉਹ ਸਫਲ ਹੋ ਸਕਦਾ ਹੈ। ਉਮੀਦ ਹੈ ਸਮਝ ਆਈ ਹੋਏਗੀ ਬੇਟਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।